ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਵੱਲੋਂ ਸਿਆਸੀ ਆਗੂਆਂ ਨੂੰ ਸਵਾਲਾਂ ਦੀ ਚੁਣੌਤੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਤੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ। ਸਾਰੀ ਸਿਆਸੀ ਪਾਰਟੀਆਂ ਲੋਕਾਂ 'ਚ ਜਾ ਰਹੀਆਂ ਨੇ ਤੇ ਜਿਹੜਾ ਹੈਗਾ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਪ੍ਰਚਾਰ ਕਰ ਰਹੀਆਂ ਨੇ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਕਿਸਾਨਾਂ ਵੱਲੋਂ ਸਿਆਸੀ ਆਗੂਆਂ ਨੂੰ ਸਵਾਲ ਨਾਲ ਜਿਹੜੀ ਝੜੀ ਹੈ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਬਾਦਲ ਨੂੰ ਕੱਲ੍ਹ ਵੀ ਜੀਰਾ ਦੇ ਵਿੱਚ ਕਿਸਾਨਾਂ ਨੇ ਸਵਾਲ ਵੀ ਕੀਤੇ, ਘੇਰਿਆ ਵੀ ਗਿਆ। ਅੱਜ ਵੀ ਉਹਨਾਂ ਨੂੰ ਕਈ ਥਾਵਾਂ 'ਤੇ ਜਿਹੜਾ ਹੈਗਾ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਪੂਰਾ ਮਾਜਰਾ ਕੀ ਹੈ, ਕਿਸਾਨ ਕੀ ਪੁੱਛ ਰਹੇ ਨੇ, ਇਹ ਕੀ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ। ਅਸਲ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਹੈ, ਉਹਨਾਂ ਨੇ ਇੱਕ ਫੈਸਲਾ ਕੀਤਾ। ਵੈਸੇ ਤਾਂ ਅਪੀਲ ਕੀਤੀ ਸੀ ਬਾਕੀ ਸਾਰੀਆਂ ਪਾਰਟੀਆਂ ਨੂੰ ਕਿ ਤੁਸੀਂ ਅਜੇ ਬਹੁਤ ਸਮਾਂ ਪਿਆ, ਅੱਗੇ ਵੀ ਤੁਸੀਂ 2 ਮਹੀਨੇ ਪਹਿਲਾਂ ਹੀ ਜਿਹੜੀ ਕੰਪੇਨ ਸ਼ੁਰੂ ਕਰਦੇ ਹੋ, 2 ਮਹੀਨੇ 'ਚ ਵੀ ਦਮ ਨਿਕਲ ਜਾਂਦਾ। ਹੁਣ ਅੰਦੋਲਨ ਕਰਕੇ ਇੰਨਾ ਪਹਿਲਾਂ ਤੁਹਾਡਾ ਸ਼ੁਰੂ ਹੋ ਗਿਆ ਕੰਮ, ਫਿਲਹਾਲ ਉਹਨੂੰ ਰੋਕ ਲਓ। ਆਪਣੀਆਂ ਪਾਰਟੀ ਦੀਆਂ ਮੀਟਿੰਗਾਂ ਕਰੋ, ਜੋ ਮਰਜ਼ੀ। ਪਬਲਿਕ ਦੇ ਵਿੱਚ ਵੋਟ ਮੰਗਣ ਦੇ ਤਰੀਕੇ ਨੂੰ 2-3 ਮਹੀਨੇ ਰਹਿਣ ਦਿਓ। ਨੇੜੇ ਜਾ ਕੇ ਜਦੋਂ ਨੇੜੇ ਆ ਜਾਏਗਾ ਤੁਸੀਂ ਆਪਣਾ ਕੰਮ ਕਰਿਓ। ਉਹਨਾਂ ਚਿਰ ਸਾਨੂੰ ਸਾਡੇ ਲਈ ਇੱਕ ਮੁਸ਼ਕਿਲ ਖੜੀ ਹੁੰਦੀ ਹੈ ਕਿ ਤੁਸੀਂ ਅੰਦੋਲਨ ਦੇ ਵਿੱਚ ਇੱਕ ਦਖਲ ਦੇ ਰਹੇ ਹੋ। ਅਤੇ ਫਿਰ ਉਹਨਾਂ ਨੇ ਫੈਸਲਾ ਇਹ ਕੀਤਾ ਕਿ ਬੀਜੇਪੀ ਦੇ ਲੀਡਰਾਂ ਦਾ ਤਾਂ ਘਰਾਓ ਹੋ ਹੀ ਰਿਹਾ ਪਹਿਲਾਂ ਤੋਂ ਹੀ। ਜੇ ਦੂਸਰੇ ਫਿਰ ਵੀ ਪਿੰਡਾਂ 'ਚ ਜਾਂਦੇ ਨੇ, ਕੋਈ ਵੀ ਉਹਨਾਂ ਦਾ ਉਵੇਂ ਘਰਾਓ ਤਾਂ ਨਹੀਂ ਹੋਏਗਾ, ਪਰ ਉਹਨਾਂ ਤੋਂ ਸਵਾਲ ਜ਼ਰੂਰ ਪੁੱਛੋ ਸਲੀਕੇ ਨਾਲ ਕਿ ਆਹ ਸਵਾਲ ਨੇ, ਤੁਹਾਡੀ ਸਰਕਾਰ ਹੁੰਦੇ ਤੁਸੀਂ ਆਹ ਕੰਮ ਕਿਉਂ ਨਹੀਂ ਕੀਤਾ, ਹੁਣ ਤੁਸੀਂ ਆਹ ਕਿਉਂ ਕਰ ਰਹੇ ਹੋ, ਜਾਂ ਜੇ ਨਵੇਂ ਵਾਅਦੇ ਕਰ ਰਹੇ ਹੋ ਕਿਵੇਂ ਪੂਰੇ ਕਰੋਗੇ, ਉਹਦੇ ਲਈ ਪੈਸਾ ਕਿੱਥੋਂ ਆ। ਵੱਖ-ਵੱਖ ਟਾਈਪ ਦੇ ਸਵਾਲ ਜਿਹੜੇ ਨੇ ਉਹ ਕਰਦੇ ਨੇ। ਅਤੇ ਹੁਣ ਕਿਉਂਕਿ ਅਜੇ ਜਿਹੜਾ ਲਗਾਤਾਰਤਾ ਦੇ ਵਿੱਚ ਅਕਾਲੀ ਦਲ ਨੇ ਇੱਕ ਅਨਾਊਂਸ ਕੀਤਾ ਕਿ 100 ਦਿਨ ਦਾ, ਕੱਲ੍ਹ ਪਹਿਲਾ ਦਿਨ ਸੀ ਸੁਖਬੀਰ ਬਾਦਲ ਦਾ, 117 ਹਲਕਿਆਂ 'ਚ ਉਹ ਕਹਿੰਦਾ ਵੀ ਹਰ ਰੋਜ਼ ਇੱਕ ਹਲਕਾ ਕਵਰ ਕਰਨ ਦੀ ਜਿਹੜੀ ਇੱਕ ਗੱਲ ਹੈ ਉਹ ਸ਼ੁਰੂ ਕੀਤਾ। ਤਾਂ ਜਿਹੜਾ ਕੱਲ੍ਹ ਸੀਗਾ, ਜਦੋਂ ਜੀਰੇ ਦੇ ਵਿੱਚ ਕਿਸਾਨਾਂ ਨਾਲ ਗੱਲ ਨਹੀਂ ਹੋਈ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ, ਖੜ੍ਹ ਕੇ ਪੂਰਾ ਉਹ ਕੀਤਾ। ਤਾਂ ਉਦੋਂ ਬਾਅਦ ਉਹਨਾਂ ਨੂੰ ਇਹ ਲੱਗਿਆ, ਸੁਖਬੀਰ ਨੂੰ ਵੀ ਜਾਂ ਬਾਕੀਆਂ ਨੂੰ, ਵੀ ਇਹਦੇ ਨਾਲ ਨੁਕਸਾਨ ਜ਼ਿਆਦਾ ਹੋ ਰਿਹਾ, ਮੀਟਿੰਗ ਕਰਨ ਨਾਲ ਫਾਇਦਾ ਘੱਟ ਹੋ ਰਿਹਾ। ਤਾਂ ਅੱਜ ਥੋੜ੍ਹਾ ਜਿਹਾ ਬਦਲਿਆ ਹੋਇਆ ਮਾਹੌਲ ਸੀ। ਅੱਜ ਜਿਹੜਾ ਅਗਲੇ ਹਲਕੇ ਦੇ ਵਿੱਚ ਜਦੋਂ ਹੋ ਗਿਆ ਔਰ ਗੁਰੂ ਹਰਸਹਾਏ ਦੇ ਵਿੱਚ, ਗੁਰੂ ਹਰਸਹਾਏ ਹਲਕੇ ਵਿੱਚ ਫਿਰ ਉਹਦੇ ਵਰਕਰਾਂ ਨੇ ਮੈਨੇਜ ਕੀਤੀ ਮੀਟਿੰਗ। ਕਿਸਾਨਾਂ ਨੂੰ ਕਿਹਾ ਵੀ ਤੁਹਾਡੀ ਡਾਇਰੈਕਟ ਗੱਲ ਕਰਾ ਦਿੰਦੇ ਹਾਂ, ਵੀ ਤੁਸੀਂ ਕੋਈ ਇਹੋ ਜਿਹੀ ਗੱਲ। ਉਹਨਾਂ ਨੇ ਕਿਹਾ ਵੀ ਠੀਕ ਹੈ, ਅਸੀਂ ਸਵਾਲ ਕਰਨੇ ਨੇ, ਸਵਾਲ ਦਾ ਜਵਾਬ ਦੇ ਦੇ। ਤਾਂ ਖੜੇ ਹੀ ਪੂਰੀ ਤਰ੍ਹਾਂ ਕਿਸਾਨਾਂ ਨੇ ਆਪਣੇ ਇੱਕ ਲਿਸਟ ਬਣਾ ਕੇ ਸਵਾਲ ਕੀਤੇ ਕਿ ਤੁਸੀਂ ਪਹਿਲਾਂ ਕਿਉਂ ਇਹਦੀ ਸਪੋਰਟ ਕਰਦੇ ਰਹੇ ਕਾਨੂੰਨਾਂ ਦੀ, ਜਦੋਂ ਤੱਕ ਆਰਡੀਨੈਂਸ ਸੀਗੇ ਤੁਸੀਂ ਇਹਦੇ ਪੱਖ 'ਚ ਰਹੇ, ਬਾਅਦ ਦੇ ਵਿੱਚ ਦਬਾਅ 'ਚ ਆਏ ਹੋ, ਹੁਣ ਵੀ ਤੁਹਾਡੀ ਬੀਜੇਪੀ ਨਾਲ ਕਿਵੇਂ ਹੈ, ਜੇ ਉਹ ਸਾਰੇ ਸਵਾਲ ਉਹਨਾਂ ਨੇ ਵੱਖ-ਵੱਖ ਟਾਈਪ ਦੇ ਕੀਤੇ। ਅਤੇ ਇਦੋਂ ਪਹਿਲਾਂ ਜਿਹੜੇ ਬਾਕੀ ਕਿਸਾਨਾਂ ਦੇ ਮੁੱਦੇ ਸੀ, ਜਦੋਂ 10 ਸਾਲ ਅਕਾਲੀ ਗੌਰਮੈਂਟ ਸੀ, ਉਹ ਵੀ ਗੱਲਾਂ ਬਾਤਾਂ ਕੀਤੀਆਂ। ਅਤੇ ਉੱਧਰੋਂ ਉਹਨੇ ਵੀ ਖੜ੍ਹ ਕੇ ਜਵਾਬ ਦਿੱਤੇ ਵੀ ਸਾਡਾ ਆਪਦਾ ਪੱਖ ਰੱਖਿਆ, ਜੋ ਵੀ ਪੱਖ ਉਸ ਲੈਵਲ 'ਤੇ ਸੀ। ਹੁਣ ਸੋਸ਼ਲ ਮੀਡੀਆ 'ਚ ਦੋਨੋਂ ਤਰੀਕੇ ਦਾ ਗੱਲ ਚੱਲ ਰਹੀ ਹੈ। ਕਿਸਾਨੀ ਤਰਫ ਤੋਂ ਇਹ ਵੀ ਸੁਖਬੀਰ ਬਾਦਲ ਨੂੰ ਸਵਾਲ ਦਾ ਜਵਾਬ ਨਹੀਂ ਆਇਆ, ਦੂਜੇ ਪੱਖ ਤੋਂ ਇਹ ਹੈ ਵੀ ਦੇਖੋ ਕਿੰਨੇ ਟਰੰਮੇ ਨਾਲ ਖੜ੍ਹ ਕੇ ਜਵਾਬ ਦਿੱਤੇ, ਸਾਰਿਆਂ ਦਾ ਉਹ ਪੂਰਾ ਕੀਤਾ। ਉਹ ਇੱਕ ਗੱਲ ਹੈ। ਪਰ ਇਹ ਗੱਲ ਇਸ ਇਲੈਕਸ਼ਨ 'ਚ ਸ਼ਾਇਦ ਪਹਿਲੀ ਵਾਰ ਸਾਡੇ ਸਿਆਸਤਦਾਨ ਨੂੰ ਦੇਖਣ ਨੂੰ ਮਿਲੇਗੀ। ਅੱਗੇ ਸਿਆਸਤਦਾਨ ਜਾਂਦਾ ਸੀ, ਲੋਕ ਹਾਰ ਲੈ ਕੇ ਐਂ ਖੜ੍ਹਦੇ ਸੀ ਲਾਈਨ ਦੇ ਵਿੱਚ, ਸਵਾਲ ਪੁੱਛਣ ਦਾ ਤਾਂ ਮਤਲਬ ਹੀ ਨਹੀਂ ਸੀ ਹੁੰਦਾ। ਇਹ ਇੱਕ ਡੈਮੋਕ੍ਰੇਸੀ ਦਾ, ਮੈਨੂੰ ਲੱਗਦਾ ਜਮਹੂਰੀਅਤ ਦਾ ਇੱਕ ਮਜ਼ਬੂਤ ਪੱਖ ਹੈ ਕਿ ਜਦੋਂ ਆਗੂ ਜਾਏ ਅਤੇ ਲੋਕ ਉੱਤੇ ਸਵਾਲ ਕਰਨ। ਠੀਕ ਹੈ, ਇਹਦੇ ਨਾਲ ਇੱਕ ਤਾਂ ਗਾਲੀ ਗਲੋਚ ਬੰਦ ਹੁੰਦੀ ਹੈ, ਇੱਕ ਇਹਦੇ ਨਾਲ ਕਿਸੇ ਦੀ ਤੋਹੀਨ ਨਹੀਂ ਹੁੰਦੀ। ਸਵਾਲ ਪੁੱਛਣਾ ਜਮਹੂਰੀਅਤ 'ਚ ਉਹਦਾ ਹੱਕ ਹੈ ਕਿ ਤੂੰ ਮੇਰੇ ਲਈ ਕੀ ਕਰੇਗਾ। ਮਜ਼ਦੂਰ ਆਪਣਾ ਸਵਾਲ ਪੁੱਛੇ, ਵਪਾਰੀ ਆਪਣਾ ਸਵਾਲ ਪੁੱਛੇ, ਕਿਸਾਨ ਆਪਣਾ ਸਵਾਲ ਪੁੱਛਣਗੇ, ਤਾਂ ਹੀ ਸਿਆਸਤ ਗੰਭੀਰ ਹੋਏਗੀ ਨਾ। ਹੁਣ ਤੱਕ ਜਵਾਬਦੇਹੀ ਕੋਈ ਨਹੀਂ ਸੀ। ਜਵਾਬਦੇਹੀ ਕੋਈ ਨਾ ਹੋਣ ਦੇ ਕਰਕੇ ਜੋ ਮਰਜ਼ੀ ਵਾਅਦਾ ਕਰ ਜਾਓ, ਜੋ ਮਰਜ਼ੀ ਗੱਲ ਕਹਿ ਜਾਓ, ਜੋ ਮਰਜ਼ੀ ਉੱਥੇ ਲੈਕਚਰ ਦੇ ਆਓ, ਅਤੇ ਤੁਹਾਨੂੰ ਸੋਚ ਕੇ ਬੋਲਣ ਦੀ ਲੋੜ ਨਹੀਂ ਸੀ। ਹੁਣ ਘੱਟੋ ਘੱਟ ਹਰ ਇੱਕ ਨੂੰ ਇੱਕ ਸ਼ਬਦ ਜਾਂ ਬਾਕੀ ਦੀਆਂ ਚੀਜ਼ਾਂ ਸੋਚ ਕੇ ਬੋਲਣੀਆਂ ਪੈਣਗੀਆਂ। ਇਹ ਇੱਕ ਉਹਦਾ ਇੱਕ ਚੰਗਾ ਤਜਰਬਾ ਔਰ ਚੰਗੀ ਇੱਕ ਪ੍ਰਕਿਰਿਆ ਸਾਹਮਣੇ ਆ ਰਹੀ ਹੈ। ਔਰ ਲੋਕਾਂ ਦੀ ਜਾਗਰੂਕਤਾ ਜਿਹੜੀ, ਇਹ ਜਾਗਰੂਕਤਾ ਅਤੇ ਦਲੇਰੀ ਦੋਨੇ ਗੱਲਾਂ ਇੱਕ 9 ਮਹੀਨਿਆਂ ਤੋਂ ਲਗਭਗ ਜਿਹੜਾ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ ਕਿਸਾਨ ਅੰਦੋਲਨ ਹੈ, ਅਤੇ ਅੱਜ ਦੇ ਦਿਨ ਮੇਰੇ ਯਾਦ ਹੈ 1 ਸਾਲ ਹੋ ਗਿਆ। ਕਿਸਾਨ ਭਵਨ 'ਚ ਪਹਿਲਾਂ 9 ਜਥੇਬੰਦੀਆਂ ਦਾ ਏਕਾ ਅਨਾਊਂਸ ਹੋਇਆ ਸੀ,
19 ਅਗਸਤ ਨੂੰ 1 ਸਾਲ ਪੂਰਾ ਹੋ ਗਿਆ। ਤੇ 9 ਤੋਂ ਬਾਅਦ ਫਿਰ ਵੱਖ-ਵੱਖ ਜੁੜੀਆਂ, ਫਿਰ ਉਹ ਹੋਈਆਂ, ਫਿਰ 32 ਇਕੱਠੀਆਂ ਹੋਈਆਂ। ਉਸ ਤੋਂ ਬਾਅਦ ਫਿਰ ਦਿੱਲੀ ਦਾ ਜਿਹੜਾ ਇੱਕ ਮਾਹੌਲ ਬਣਿਆ ਸੀ, ਅੱਜ 1 ਸਾਲ 9 ਨੂੰ ਇਕੱਠੇ ਹੋਇਆ ਨੂੰ ਹੋ ਗਿਆ। ਤੇ ਉਹਦੀ ਇੱਕ ਜਾਗਰੂਕਤਾ ਦਾ ਇੱਕ ਤਰੀਕਾ ਜਿਹੜਾ ਇੰਨੇ ਲੰਮੇ ਸਮੇਂ ਦੇ ਵਿੱਚ ਚੱਲਿਆ, ਸਾਰੇ ਲੋਕਾਂ ਦਾ ਯੋਗਦਾਨ ਹੋਇਆ। ਉਹਨੇ ਲੋਕਲ ਸਥਾਨਕ ਬੰਦਿਆਂ ਨੂੰ, ਸਥਾਨਕ ਔਰਤਾਂ ਨੂੰ ਸਵਾਲ ਪੁੱਛਣ ਜੋਗੇ ਕਰਤਾ ਹੈ। ਤੇ ਸਵਾਲ ਪੁੱਛਣ ਜੋਗਾ ਜਦੋਂ ਬੰਦਾ ਹੋ ਜਾਂਦਾ ਹੈ ਤਾਂ ਉਹ ਗਲਤ ਦੇ ਖਿਲਾਫ ਸਟੈਂਡ ਲੈਣਾ ਵੀ ਸ਼ੁਰੂ ਕਰ ਦਿੰਦਾ ਤੇ ਠੀਕ ਦੇ ਹੱਕ 'ਚ ਸਟੈਂਡ ਲੈਣ ਦੀ ਇੱਕ ਸਮਝ ਵੀ ਉਹਦੇ ਵਿੱਚ ਪੈਦਾ ਹੁੰਦੀ ਹੈ। ਇਹ ਸ਼ੁਰੂਆਤ ਹੈ, ਇਹ ਅੰਤ ਨਹੀਂ। ਇਹ ਪਹਿਲੀ ਸ਼ੁਰੂਆਤ ਹੈ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਵਧਣੀ ਚਾਹੀਦੀ ਸੀ, ਪਰ ਚਲੋ ਦੇਰ ਆਏ ਦਰੁਸਤ ਆਏ, ਹੁਣ ਵੀ ਸ਼ੁਰੂ ਹੋ ਗਈ ਤਾਂ ਉਧਰ ਨੂੰ ਇਹ ਗੱਲ ਨੂੰ ਜਾਣਾ ਚਾਹੀਦਾ ਜੀ। ਹਮੀਰ ਜੀ, ਗੱਲ ਆਉਂਦੀ ਹੈ ਸਵਾਲਾਂ ਦੀ, ਜਦੋਂ ਆਪਾਂ ਕਰ ਰਹੇ ਹਾਂ ਤਾਂ ਸੱਤਾਧਾਰੀ ਧਿਰ ਤੋਂ ਸਵਾਲ ਵੱਖਰੇ ਪੁੱਛੇ ਜਾਣੇ ਚਾਹੀਦੇ ਆ, ਵਿਰੋਧੀ ਧਿਰ ਤੋਂ ਸਵਾਲਾਂ ਦੀ ਇੱਕ ਵੱਖਰੀ ਸੂਚੀ ਹੋਵੇਗੀ ਤੇ ਹੋਰ ਸਿਆਸੀ ਪਾਰਟੀਆਂ ਦੇ ਸਵਾਲ ਵੱਖਰੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਇਹ ਜਿਹੜੇ ਸਵਾਲ ਉੱਥੇ ਪੁੱਛੇ ਜਾ ਰਹੇ ਨੇ। ਹਾਂ, ਇਹ ਗੱਲ ਤਾਂ ਠੀਕ ਹੈ, ਕਿਉਂਕਿ ਜਿਹੜੀ ਚੀਜ਼ ਹੁਣ 5 ਸਾਲ ਸੱਤਾ 'ਚ ਰਹੀ ਹੈ, ਉਹਦੇ ਤੋਂ ਤਾਂ ਸਿੰਪਲੀ ਉਹ ਸਵਾਲ ਬਣਦੇ ਨੇ ਜੋ ਉਹਨਾਂ ਨੇ ਚੋਣ ਮਨੋਰਥ ਪੱਤਰ ਦੇ ਵਿੱਚ ਕਿਹਾ ਹੋਇਆ ਸੀ ਸਾਰੀਆਂ ਚੀਜ਼ਾਂ, ਕਿ ਜੇ ਤੁਸੀਂ ਕਿਸਾਨੀ ਦਾ ਸਮੁੱਚਾ ਕਰਜ਼ਾ ਮਾਫ ਕਰਨ ਦੀ ਵਾਅਦਾ ਕੀਤਾ ਸੀ, ਕੇਵਲ 4624 ਕਰੋੜ 'ਤੇ ਕਿਉਂ ਖੜ੍ਹ ਗਏ? 5% ਤੋਂ ਵੀ ਘੱਟ ਤੇ ਹਿੱਸੇ 'ਤੇ ਤੁਸੀਂ ਕਿਉਂ ਖੜ੍ਹ ਗਏ ਹੋ? ਔਰ ਇਸੇ ਤਰ੍ਹਾਂ ਘਰ ਘਰ ਰੁਜ਼ਗਾਰ ਦਾ ਮੌਕਾ ਦੀ ਗੱਲ ਕੀਤੀ ਸੀ, ਤੁਸੀਂ ਉਹਦੇ 'ਚ ਕੀ ਕੀਤਾ? ਇਸੇ ਤਰ੍ਹਾਂ ਸਿੱਖਿਆ ਦਾ ਸਵਾਲ ਹੈ, ਦਲਿਤ ਵਿਦਿਆਰਥੀਆਂ ਦੇ ਜਿਹੜਾ ਸਕਾਲਰਸ਼ਿਪ ਦਾ ਸਵਾਲ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੈ, ਜਾਂ ਉਹਦੇ ਨਾਲ ਜੁੜਿਆ ਜਿਹੜਾ ਬਾਕੀ ਦੇ ਮੁੱਦੇ ਨੇ, ਚਾਹੇ ਨਸ਼ਾ ਹਟਾਉਣ ਦਾ ਸੀ ਕਿ ਨਸ਼ੇ ਦਾ ਲੱਕ ਤੋੜ ਦਾ, ਜਿਹੜੇ ਵੱਡੇ ਸਵਾਲ ਸੀ ਉਹ ਸਾਰੇ ਸਵਾਲ। ਤੇ ਜਿਹੜੇ ਹਲਕਾ ਵਾਈਜ਼ ਵੱਖ-ਵੱਖ ਬੰਦਿਆਂ ਨੇ ਕਈ ਸਵਾਲ ਤਾਂ ਆਪਾਂ ਪੰਜਾਬ ਲੈਵਲ ਦੇ ਕਰਦੇ ਹਾਂ, ਜਿਹੜੇ ਪੰਜਾਬ ਦੇ ਮੈਨੀਫੈਸਟੋ 'ਚ ਹੁੰਦੇ ਨੇ। ਕੁਝ ਸੰਬੰਧਿਤ ਹਲਕੇ ਦਾ ਉਮੀਦਵਾਰ ਆਪਣੇ ਹਲਕੇ ਵਾਲਿਆਂ ਨਾਲ ਵੀ ਕਰਦਾ ਕਿ ਮੈਂ ਹਲਕੇ 'ਚ ਆਹ ਕਰੂੰਗਾ, ਆਹ ਕਰੂੰਗਾ। ਉਹ ਸਵਾਲ ਤਾਂ ਸੱਤਾਧਾਰੀ ਧਿਰ ਦਾ ਕਿ ਤੂੰ ਇਹਨਾਂ 5 ਸਾਲਾਂ 'ਚ ਕਿਉਂ ਨਹੀਂ ਕੀਤੇ, ਉਹਦਾ ਤੇਰੇ ਕੋਲ ਜਵਾਬ ਕੀ ਹੈ? ਇੱਕ ਹੈਗਾ ਤੇ ਜਿਵੇਂ ਅਕਾਲੀ ਦਲ ਵਰਗੀ ਪਾਰਟੀ ਆ ਰਹੀ ਹੈ, ਇਦੋਂ ਪਹਿਲਾਂ 10 ਸਾਲ ਸੱਤਾ 'ਚ ਰਹੀ ਹੈ, ਉਹਦੇ 10 ਸਾਲ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਹੋਣਗੇ। ਤੇ ਐਤਕੀ ਦੇ ਆ 5 ਸਾਲ ਬਤੌਰ ਵਿਰੋਧੀ ਧਿਰ ਉਹਦੀ ਕੀ ਭੂਮਿਕਾ ਹੈ, ਉਹਦੇ 'ਤੇ ਵੀ ਸਵਾਲ ਹੋਣਗੇ। ਜਾਂ ਹੁਣ ਜਿਹੜੇ ਉਹ ਐਲਾਨ ਕਰਦੀ ਹੈ ਵੀ ਐਂ ਕਰਾਂਗੇ, ਉਹਦੇ 'ਤੇ ਵੀ ਸਵਾਲ ਹੋਣਗੇ ਕਿ ਪੈਸੇ ਕਿੱਥੋਂ ਆਉਣਗੇ, ਆਹ ਚੀਜ਼ਾਂ ਪੂਰੀਆਂ ਕਰਨ ਵਾਸਤੇ ਤੁਹਾਡੇ ਕੋਲ ਪ੍ਰਪੋਜ਼ਲ ਕੀ ਹੈ। ਇਕੱਲਾ ਐਲਾਨ ਅਲੱਗ ਗੱਲ ਹੁੰਦੀ ਹੈ, ਪਰ ਉਹਨੂੰ ਪੂਰਾ ਕਿਵੇਂ ਕਰੋਗੇ, ਜੇਕਰ ਕਰੋਗੇ। ਉਹਨਾਂ 'ਤੇ ਇਹ ਸਵਾਲ ਨੇ। ਜਿਵੇਂ ਤੀਜੀ ਆਮ ਆਦਮੀ ਪਾਰਟੀ ਹੈ, ਉਹ ਸੱਤਾ 'ਚ ਅਜੇ ਤੱਕ ਇੱਥੇ ਨਹੀਂ ਰਹੀ, ਮਤਲਬ ਪੰਜਾਬ ਦੇ ਵਿੱਚ, ਤੇ ਉਹਦੇ 'ਤੇ ਸਵਾਲ ਬਹੁਤ ਸਾਰੇ ਹੁੰਦੇ ਨੇ ਕਿ ਜਿਹੜਾ ਤੁਸੀਂ ਪਹਿਲਾਂ ਸਟਾਰਟ 'ਚ ਜਦੋਂ ਆਮ ਆਦਮੀ ਪਾਰਟੀ ਬਣੀ, ਉਹ ਕਿਹੋ ਜਿਹੀ ਪਾਰਟੀ ਸੀ? ਤੇ ਜੇ ਐਡੇ ਐਡੇ ਮਿਲਗੋਭਾ ਵੱਖ-ਵੱਖ ਪਾਰਟੀਆਂ ਦੇ ਬੰਦੇ ਹੀ ਰੋਜ਼ ਜੁਆਇਨ ਕਰਾ ਕੇ ਤੁਸੀਂ ਇੱਕ ਪਾਰਟੀ ਬਣਾਉਣੀ ਹੈ, ਇੱਕ ਮਿਲਗੋਭੇ ਜਿਹੇ ਵਾਲੀ, ਤਾਂ ਉਹ ਤੋਂ ਕੀ ਉਮੀਦ ਕੀਤੀ ਜਾਏ ਕਿ ਉਹ ਠੀਕ ਉਸ ਤਰੀਕੇ ਨਾਲ ਚੱਲ ਪਾਏਗੀ ਜਾਂ ਨਹੀਂ ਚੱਲ ਪਾਏਗੀ? ਜਿਹੜੀ ਹੈ ਜੇ ਵਿਰੋਧੀ ਧਿਰ ਤੁਹਾਡੇ ਕੋਲ 20 MLA ਸੀ, ਜੇ ਉਹਦੇ 4 ਟੁਕੜੇ ਹੋ ਗਏ ਨੇ, ਕੱਲ੍ਹ ਨੂੰ ਤੁਸੀਂ ਸੱਤਾ 'ਚ ਆ ਗਏ ਤਾਂ ਤੁਹਾਡੇ 4 ਟੁਕੜੇ ਨਹੀਂ ਹੋਣਗੇ, ਤਾਂ ਇਹ ਕੀ ਯਕੀਨ ਹੈ? ਕੁਝ ਸਵਾਲ ਨੇ ਨਾ ਆਰਸ ਜਿਹੜੇ ਪੁੱਛਣ ਦਾ ਸਵਾਲ ਹੈ। ਤੇ ਉਹਦੇ 'ਚ ਇਹ ਸਵਾਲ ਵੀ ਹੈ, ਤੁਸੀਂ ਇਹ ਕਿਉਂ ਉਡੀਕੀ ਜਾ ਰਹੇ ਹੋ ਕਿ ਤੁਸੀਂ ਅੱਜ ਚੀਫ ਮਿਨਿਸਟਰ ਦਾ ਚਿਹਰਾ ਹੀ ਨਹੀਂ ਲੱਭ ਰਿਹਾ, ਕਿੱਧਰੋਂ ਆਊਗਾ ਕੋਈ? ਕਦੇ ਤੁਸੀਂ ਸਿੱਧੂ ਨੂੰ ਕਹਿੰਦੇ ਸੀ, ਕਦੇ ਰਾਜੇਵਾਲ ਨੂੰ ਕਹਿੰਦੇ ਸੀ, ਕਦੇ ਕਿਸੇ ਨੂੰ ਸੀਚੇਵਾਲ ਕੋਲ ਚਲੇ ਜਾਂਦੇ ਹੋ, ਕਦੇ ਕਿਸੇ ਦਾ ਚਿਹਰਾ ਹੀ ਲੱਭਣ 'ਤੇ ਲੱਗ ਜਾਏਗਾ ਤਾਂ ਏਜੰਡਾ ਕਿੱਥੇ ਹੈ? ਉਹ ਏਜੰਡਾ ਜਿਹੜਾ ਪੰਜਾਬ ਨੂੰ ਬਚਾਉਣ ਦਾ ਏਜੰਡੇ ਦੀ ਗੱਲ ਹੈ, ਉਹਦਾ ਕੀ ਹੋਏਗਾ? ਫਿਰ ਜਿੱਥੇ ਜਿੱਥੇ ਤੁਸੀਂ ਵਾਅਦੇ ਕੀਤੇ ਨੇ, ਦਿੱਲੀ ਦੇ ਵਾਅਦੇ, ਇੱਥੇ ਦੇ ਵਾਅਦੇ, ਉਹ ਵਾਅਦਿਆਂ ਦਾ ਕੀ ਬਣਿਆ ਤੇ ਤੁਸੀਂ ਕਿਵੇਂ ਚਲਾਓਗੇ? ਪੰਜਾਬ ਦਾ ਤੇ ਉਹਦੇ ਨਾਲੋਂ ਫਰਕ ਕੀ ਹੈ? ਤੁਹਾਡਾ ਆਰਥਿਕ ਏਜੰਡਾ ਤੇ ਬਾਕੀ ਦੇ ਏਜੰਡਿਆਂ 'ਤੇ ਕੀ ਫਰਕ ਹੈ? ਜਿਹੜੇ ਪੋਲੀਟੀਕਲ ਸਵਾਲ ਨੇ ਸਾਰਿਆਂ ਦੇ ਸਾਂਝੇ, ਫੈਡਰਲਿਜ਼ਮ 'ਤੇ ਤੁਹਾਡੀ ਅਪਰੋਚ ਕੀ ਹੈ? ਜੇ ਤੁਹਾਡੀ ਫੈਡਰਲਿਜ਼ਮ ਦੇ ਪੱਖ 'ਚ ਅਪਰੋਚ ਹੈ ਤਾਂ ਤੁਸੀਂ ਕੇਂਦਰ 'ਚ ਵੋਟ ਕੇਂਦਰੀਕਰਨ ਦੇ ਪੱਖ 'ਚ ਕਿਉਂ ਪਾਉਂਦੇ ਹੋ? ਕਿੰਨੀਆਂ ਗੱਲਾਂ ਨੇ। ਅਸਲ ਦੇ ਵਿੱਚ ਇਹ ਹੈ ਕਿ ਕਿਸਾਨ ਆਪਣੇ ਤਰੀਕੇ ਨਾਲ ਸਵਾਲ ਪੁੱਛਦਾ। ਕਿਸਾਨ ਇਸ ਗੱਲ ਲਈ ਟ੍ਰੇਨਡ ਨਹੀਂ ਹੈ। ਸਵਾਲ ਪੁੱਛਣ ਦੇ ਲਈ ਵੀ ਇੱਕ ਟ੍ਰੇਨਿੰਗ ਦੀ ਲੋੜ ਪੈਂਦੀ ਹੈ, ਇੱਕ ਸਵਾਲਾਂ ਦੀ ਲੋੜ ਪੈਂਦੀ ਹੈ। ਮੈਨੂੰ ਲੱਗਦਾ ਕਿ ਜਿਹੜਾ ਕਿਸਾਨ ਮੋਰਚਾ ਹੈ, ਖਾਸ ਤੌਰ 'ਤੇ 32 ਜਥੇਬੰਦੀਆਂ ਪੰਜਾਬ ਦੀਆਂ ਨੇ, ਉਹਨਾਂ ਨੂੰ ਕੋਈ ਮਿਹਨਤ ਕਰਕੇ ਇੱਕ ਕਿਤਾਬਚਾ ਕੋਈ ਜਾਂ ਕਿਤਾਬਚੇ ਦੇ ਰੂਪ 'ਚ ਜਾਂ ਵੱਖ-ਵੱਖ ਰੂਪ 'ਚ ਜਾਰੀ ਕਰਨਾ ਚਾਹੀਦਾ ਕਿ ਆਹ ਸਵਾਲ ਨੇ ਸਾਡੀਆਂ ਸਮੁੱਚੇ ਪੰਜਾਬ ਦੇ ਬਾਰੇ, ਪੰਜਾਬ ਬਾਰੇ ਉਹਨਾਂ ਦੀ ਸਮਝ ਕੀ ਹੈ, ਮੰਨ ਲਓ ਪੰਜਾਬ ਦਾ ਏਜੰਡਾ ਮੇਨ ਕੀ ਹੋਣਾ ਚਾਹੀਦਾ। ਉਹ ਏਜੰਡੇ 'ਚੋਂ ਕੁਐਸਚਨ ਬਣਨਗੇ ਤੇ ਉਹ ਕੁਐਸਚਨ ਤਾਂ ਕਿ ਹਰ ਪਿੰਡ ਦੇ ਕਿਸਾਨ ਮਜ਼ਦੂਰ ਕੋਲ ਹੋਵੇ, ਉਹਦੇ ਆਧਾਰ 'ਤੇ ਉਹ ਸਵਾਲ ਪੁੱਛ ਸਕਣ ਕਿ ਆਹ ਸਾਡਾ ਏਜੰਡਾ ਹੈ, ਕਿਸਾਨਾਂ ਦਾ, ਮਜ਼ਦੂਰਾਂ ਦਾ ਜਾਂ ਲੋਕਾਂ ਦਾ ਏਜੰਡਾ ਹੈ, ਇਹ ਸਾਡਾ ਮੈਨੀਫੈਸਟੋ ਹੈ। ਇਸ ਮੈਨੀਫੈਸਟੋ ਬਾਰੇ ਤੁਹਾਡਾ ਕੀ ਕਹਿਣਾ ਹੈ, ਤੁਹਾਡਾ ਨਜ਼ਰੀਆ ਕੀ ਹੈ? ਕਿਉਂਕਿ ਬਹੁਤ ਚੀਜ਼ਾਂ ਤਾਂ ਬਿਲਕੁਲ ਉਲਟੀਆਂ ਨੇ। ਉਲਟੀਆਂ ਇਹ ਨੇ ਕਿ ਹੁਣ
ਅਮਰਿੰਦਰ ਸਿੰਘ ਲੈ ਕੇ ਜਾਂਦੇ ਨੇ ਕਿ ਜਿਹੜੇ ਬੰਦੇ ਬਾਹਰ ਜਾ ਰਹੇ ਨੇ ਆਈਲੈਟਸ ਸਰਕਾਰੀ ਸਕੂਲਾਂ 'ਚ ਕਰਾ ਦਾਂਗੇ। ਸੁਖਬੀਰ ਬਾਦਲ ਕਹਿੰਦਾ ਕਿ 10 ਲੱਖ ਰੁਪਈਆ ਅਸੀਂ ਬਿਨਾਂ ਵਿਆਜ ਦਵਾਵਾਂਗੇ, ਜਿਹੜੇ ਬੱਚੇ ਕਮਜ਼ੋਰ ਨੇ ਬਾਹਰ ਨਹੀਂ ਜਾ ਸਕਦੇ। ਪਰ ਜੇ ਕਿਸਾਨ ਅੰਦੋਲਨ ਇਹ ਸੋਚਦਾ ਕਿ ਪੰਜਾਬ ਦਾ ਉਜਾੜ ਹੈ, ਸਾਡਾ ਹੁਨਰ ਬਾਹਰ ਜਾ ਰਿਹਾ, ਸਾਡੀ ਫੀਸ ਬਾਹਰ ਜਾ ਰਹੀ, ਸਾਡਾ ਪੈਸਾ ਬਾਹਰ ਜਾ ਰਿਹਾ, ਤੇ ਤੁਸੀਂ ਇਦੋਂ ਉਲਟ ਉਜੜੇ ਹੋਏ ਪੰਜਾਬ ਦੀ ਪੱਕ ਹੋਰ ਉਜਾੜੇ ਨੂੰ ਵਧਾਉਣ ਦੇ ਵਾਸਤੇ ਆਪਦਾ ਮਨੋਰਥ ਪੱਤਰ ਜਾਰੀ ਕਰ ਰਹੇ ਹੋ, ਤਾਂ ਇਹ ਕਿਉਂ ਇਦੋਂ ਉਲਟਾ ਕਰ ਰਹੇ ਹੋ ਜੀ? ਪੰਜਾਬ ਦੇ ਬੱਚਿਆਂ ਨੂੰ ਇਹ ਉਮੀਦ ਕਿਉਂ ਨਹੀਂ ਦੇ ਸਕਦੇ ਤੁਸੀਂ ਕਿ ਇੱਥੇ ਹੀ ਰੁਜ਼ਗਾਰ ਦੇਵਾਂਗੇ, ਤੁਸੀਂ ਜਾਓ ਨਾ, ਤੁਸੀਂ ਪੰਜਾਬ 'ਚ ਆਗੂ ਬਣੋ, ਤੁਸੀਂ ਪੰਜਾਬ 'ਚ ਸਾਇੰਟਿਸਟ ਬਣੋ, ਤੁਸੀਂ ਪੰਜਾਬ ਦੇ ਵਿੱਚ ਆਪਣੀਆਂ ਸੇਵਾਵਾਂ ਦਿਓ ਜਿਹੜਾ ਹੁਨਰਮੰਦ ਹੈ। ਇਹ ਕੰਟਰਾਸਟ ਸਵਾਲ ਹੋਣਗੇ, ਜਿੰਨਾ ਚਿਰ ਕੰਟਰਾਸਟ ਸਵਾਲ ਉਹਦੇ ਨਾਲ ਮੈਚ ਕਰਦਾ ਜਿਹੜਾ ਪੰਜਾਬ ਦੀ ਹਕੀਕਤ ਤੋਂ ਉਲਟ ਹੈ ਜੀ, ਉਹ ਸਾਹਮਣੇ ਰੱਖਿਆ ਜਾਏਗਾ ਕਿ ਤੁਸੀਂ ਤਾਂ ਹਕੀਕਤ ਨੂੰ ਇੰਨੀ ਸਮਝਦੇ, ਤਾਂ ਸ਼ਾਇਦ ਜ਼ਿਆਦਾ ਜਵਾਬਦੇਹੀ ਹੋਏਗੀ। ਇਹਦੇ 'ਚ ਸਭ ਤੋਂ ਵੱਡਾ ਕੁਐਸਚਨ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਕੁਝ ਸਮੇਂ ਦੇ ਵਿੱਚ ਹੀ, ਜਦੋਂ ਹੁਣ ਸਿਆਸੀ ਪਾਰਟੀਆਂ ਜਾ ਹੀ ਰਹੀਆਂ ਨੇ ਪਿੰਡਾਂ 'ਚ, ਕਿਸਾਨ ਮੋਰਚੇ ਦੀ ਇਹ ਜ਼ਿੰਮੇਵਾਰੀ ਬਣਦੀ ਆ, ਉਹ ਜਿਹੜੇ ਵੀ ਮਰਜ਼ੀ ਇੰਟੈਲੈਕਚੁਅਲ ਜਿੱਦਾਂ ਗਰੁੱਪ ਬਣਾਉਣ, ਜਿਨ੍ਹਾਂ ਦਾ ਮਰਜ਼ੀ ਉਹ ਕਰਨ, ਇੱਕ ਮੋਟਾ ਇੱਕ ਕੁਐਸਚਨੇਅਰ ਜਿਹੜਾ ਬਣਾ ਕੇ ਉਹਦੇ ਪਿੱਛੇ ਉਹਨਾਂ ਦਾ ਦਲੀਲ ਕੀ ਹੈ ਇਹਨੂੰ ਬਣਾ ਕੇ, ਇੱਕ ਤਾਂ ਪਿੰਡਾਂ ਦੇ ਵਿੱਚ ਆਪੋ ਆਪਣੇ ਵਰਕਰਾਂ ਦੀਆਂ ਟ੍ਰੇਨਿੰਗ ਕੈਂਪ ਲਾਉਣ ਔਰ ਟ੍ਰੇਨਡ ਕਰਨ ਉਹਨਾਂ ਨੂੰ, ਤਾਂ ਕਿ ਉਹ 'ਚ ਹੋ ਹੱਲਾ ਨਾ ਮੱਚੇ, ਰੌਲਾ ਨਾ ਹੋਵੇ, ਤੇ ਰੌਲੇ ਦੀ ਬਜਾਏ ਉਹ ਬੜੇ ਸਲੀਕੇ ਨਾਲ ਸਵਾਲ ਕਰਨ, ਦੁਨੀਆ ਦੇਖੇ ਕਿ ਅਸਲ ਸਵਾਲ ਐ ਹੁੰਦਾ ਤੇ ਜਵਾਬ ਕਿਵੇਂ ਦੇ ਸਕਦਾ ਉਹ ਬੰਦਾ, ਤੇ ਉਹ ਜਵਾਬ ਕਿਹੋ ਜਿਹਾ ਦੇਗਾ ਉਹਦੇ ਸਾਹਮਣੇ ਆਵੇ। ਇਹ ਜੇਕਰ ਇੱਕ ਤਰੀਕਾ ਹੋਰ ਕਰ ਲਿਆ ਜਾਵੇ ਇਸ ਕਿਸਾਨ ਅੰਦੋਲਨ ਨੇ, ਜਿਵੇਂ ਪਹਿਲਾਂ ਕੀਤਾ, ਵੋਟਰ ਵਿਪ ਜਾਰੀ ਕੀਤਾ, ਮਤਵਾਜੀ ਸੰਸਦ ਚਲਾ ਕੇ ਦਿਖਾਈ, ਉੱਥੇ ਆਪਣੀ ਦਲੀਲ ਦਿੱਤੀ, ਆਰਗੂਮੈਂਟ ਦਿੱਤਾ, ਇਹ ਜਮਹੂਰੀਅਤ ਦੇ ਵਿੱਚ ਇੱਕ ਬੜਾ ਵੱਡਾ ਉਹਨਾਂ ਦੀ ਹੋਰ ਭੂਮਿਕਾ ਹੋਏਗੀ ਜੇਕਰ ਉਹ ਸਵਾਲਾਂ ਅਤੇ ਜਵਾਬਾਂ ਦੇ ਰੂਪ ਦੇ ਵਿੱਚ, ਸਵਾਲ ਅਤੇ ਪੰਜਾਬ ਦੇ ਜਿਹੜੇ ਮੇਜਰ ਇਸ਼ੂ ਨੇ ਉਹਨਾਂ ਦੇ ਰੂਪ ਦੇ ਵਿੱਚ ਜਿਹੜੇ ਉਹ ਮਹਿਸੂਸ ਕਰਦੇ ਨੇ, ਉਹ ਕਿਤਾਬਚਾ ਜਾਂ ਛੋਟੇ ਪੈਂਫਲੇਟ ਦੇ ਰੂਪ ਦੇ ਵਿੱਚ ਪਿੰਡ ਪਿੰਡ ਵੰਡਣ ਵੀ ਅਤੇ ਲੋਕਾਂ ਨੂੰ ਦੇਣ ਵੀ, ਅਤੇ ਉਹਨਾਂ ਦੇ ਆਧਾਰ 'ਤੇ ਉਹ ਸਵਾਲ ਜਵਾਬ ਕਰਨ ਦੇ ਕਾਬਲ ਬਣਨ, ਅਤੇ ਆਪਣੇ ਹਲਕੇ ਦੀਆਂ ਮੰਗਾਂ ਹਲਕੇ ਵਾਲੇ ਬੰਦੇ ਆਪ ਜੋੜ ਲੈਣ ਉਹਦੇ 'ਚ, ਕਿਉਂਕਿ ਹਰ ਹਲਕੇ ਦੀਆਂ ਆਪਣੀਆਂ ਠੋਸ ਮੰਗਾਂ ਵੀ ਹੋਣਗੀਆਂ, ਪਰ ਪੰਜਾਬ ਦੀ ਇੱਕ ਵਿਆਪਕ ਖਾਕਾ ਜਿਹੜਾ ਉਹ ਕਿਸਾਨ ਅੰਦੋਲਨ ਨੂੰ ਜਾਰੀ ਕਰਨਾ ਚਾਹੀਦਾ ਜੀ। ਹਮੀਰ ਜੀ, ਸਵਾਲ ਕਰਨਾ ਚੰਗੀ ਗੱਲ ਹੈ, ਪਰ ਇਹਨਾਂ ਸਵਾਲਾਂ ਦੇ ਦੌਰਾਨ ਜਿਹੜਾ ਹੈਗਾ ਟਕਰਾਅ ਵੀ ਹੋਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਕਿਸਾਨ ਅੰਦੋਲਨ ਨੂੰ ਕਹਿ ਦਈਏ ਜਾਂ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਕਿਸ ਤਰ੍ਹਾਂ ਦਾ ਇੱਕ ਰਾਹ ਕੱਢਣਾ ਚਾਹੀਦਾ ਤਾਂ ਜੋ ਕਿ ਕਿਸੇ ਵੀ ਥਾਂ 'ਤੇ ਸਵਾਲਾਂ ਦੇ ਦੌਰਾਨ ਜਿਹੜਾ ਹੈਗਾ ਟਕਰਾਅ ਨਾ ਹੋ ਸਕੇ? ਮੈਨੂੰ ਲੱਗਦਾ ਕਿ ਮੋਰਚਾ ਤਾਂ ਟਕਰਾਅ ਨਹੀਂ ਚਾਹੁੰਦਾ ਕਦੇ ਵੀ। ਉਹ ਕਹਿੰਦੇ ਅਸੀਂ ਸ਼ਾਂਤੀ ਪਸੰਦ ਸੀ ਤੇ ਹਾਂ ਤੇ ਰਹਾਂਗੇ, ਔਰ ਸਾਡਾ ਇਹ ਦਿਖਾਈ ਵੀ ਦੇ ਰਿਹਾ। ਪੌਣੇ 9 ਮਹੀਨੇ ਹੋ ਗਏ, ਪੌਣੇ 9 ਤੋਂ ਵੀ ਜ਼ਿਆਦਾ, 26 ਤਰੀਕ ਨੂੰ 9 ਮਹੀਨੇ ਹੋ ਜਾਣੇ ਨੇ ਦਿੱਲੀ, ਕੋਈ ਇਹੋ ਜਿਹਾ ਨਹੀਂ ਜਿੱਥੇ ਹਿੰਸਕ ਗੱਲ ਹੋਵੇ। ਇਸੇ ਕਰਕੇ ਉਹਨਾਂ ਨੇ ਦਿਖਾਇਆ ਕਿ ਅਸੀਂ ਤੁਹਾਡੇ ਪੈਰਲਲ ਸੰਸਦ ਵੀ ਪੀਸਫੁਲ ਕਿਵੇਂ ਚਲਾ ਸਕਦੇ ਹਾਂ, ਕਿਵੇਂ ਲੌਜਿਕ ਨਾਲ ਦਲੀਲ ਨਾਲ ਗੱਲ ਕਰ ਸਕਦੇ ਹਾਂ ਅਤੇ ਸਾਰੇ ਲੋਕਾਂ ਦੇ ਸਾਹਮਣੇ ਕਰ ਸਕਦੇ ਹਾਂ। ਉਹੀ ਵਿਚਾਰ ਨੂੰ ਜਦੋਂ ਅਸੀਂ ਪਿੰਡਾਂ 'ਚ ਤਾਰਾਂਗੇ ਤਾਂ ਉਹਦਾ ਇੱਕ ਤਰੀਕਾ ਹੋ ਸਕਦਾ। ਮੈਨੂੰ ਇਹ ਲੱਗਦਾ ਕਿ ਜੇ ਪਿੰਡਾਂ ਦੇ ਵਿੱਚ ਜਿੰਨੇ ਵੀ, ਇੱਕ ਤਾਂ ਕੱਲਾ ਜਦੋਂ ਆਉਂਦਾ ਉਹ ਤਾਂ ਅਲੱਗ ਸਵਾਲ ਹੈ, ਪਰ ਇਹਦੀ ਬਜਾਏ ਇੱਕ ਤਰੀਕਾ ਆਪਣੇ ਹੱਥ 'ਚ ਵੀ ਲੈ ਸਕਦੇ ਨੇ ਕਿਸਾਨ ਅੰਦੋਲਨ ਦੇ ਜਿਹੜੇ ਬੰਦੇ ਨੇ, ਪਿੰਡਾਂ ਦੇ ਵਿੱਚ ਬੈਠੇ ਲੋਕ ਨੇ, ਮਜ਼ਦੂਰ ਕਿਸਾਨ, ਉਹ ਪਿੰਡਾਂ ਦੇ ਵਿੱਚ ਇੱਕ ਸਾਂਝੇ ਸੱਦਾ ਦੇਣ ਸਾਰੀਆਂ ਪਾਰਟੀਆਂ ਨੂੰ। ਉਹ ਇਹ ਕਹਿਣ ਕਿ ਆਹ ਸਾਡੇ ਪਿੰਡ ਦੀ ਅੱਜ ਸਟੇਜ ਲੱਗੂਗੀ, ਹਰ ਪਿੰਡ ਆਪਣੀ ਸਟੇਜ ਡੇਟਾਂ ਦੇ ਸਭ ਨੂੰ, ਤੁਹਾਡਾ ਜਿਹੜਾ ਮਰਜ਼ੀ ਨੁਮਾਇੰਦਾ ਆ ਕੇ ਇੱਥੇ ਆਪਣੀ ਗੱਲ ਰੱਖੇ, ਹਰੇਕ ਨੂੰ 20-20 ਮਿੰਟ 15-15 ਮਿੰਟ ਦਿਆਂਗੇ। ਸਭ ਜਿਹੜੇ ਚੋਣ ਲੜਨ ਦੇ ਚਾਹਵਾਨ ਨੇ 3-4-5, ਉਹ ਆਉਣ ਉਸ ਸਟੇਜ ਤੋਂ ਬੋਲਣ 20-30 ਮਿੰਟ, ਸਭ ਨੂੰ ਚਾਹ ਪਾਣੀ ਪਿਲਾਉਣ। ਬਿਲਕੁਲ, ਲੰਗਰ ਤਾਂ ਚੱਲਦਾ ਹੀ ਆ, ਲੰਗਰ ਛਕਾ ਦੇਣ, ਕੋਈ ਫਰਕ ਨਹੀਂ ਪੈਂਦਾ, ਅਤੇ ਸਗੋਂ ਹੋਸਟ ਬਣਨ, ਅਤੇ ਫਿਰ ਉੱਥੋਂ ਬੈਠੇ ਇੱਕ ਬੈਠੇ ਹੋਏ ਬੰਦਿਆਂ ਦੇ ਰੂਪ 'ਚ ਇੱਕ ਮਾਈਕ ਦੇਣ ਇਕੱਲੇ ਨੂੰ, ਉਹਨੂੰ ਕਹਿਣ ਹੁਣ ਉਹਨਾਂ 'ਤੇ ਸਵਾਲ ਕਰੋ, ਅਤੇ ਉਹ ਸਵਾਲ ਦੇ ਰੂਪ ਦੇ ਵਿੱਚ ਉੱਥੋਂ ਆਪਣੇ ਜਵਾਬ ਦੇਣ। ਇੱਕ ਤਾਂ ਪਾਰਟੀਆਂ ਦੀ ਗਾਲੀ ਗਲੋਚ ਖਤਮ ਹੋ ਜਾਏਗੀ ਉਹਦੇ 'ਚ, ਜਿਹੜੀਆਂ ਇੱਕ ਦੂਜੇ 'ਤੇ ਦੂਸ਼ਣ ਹੈ, ਉਹਨੂੰ ਜਵਾਬ ਦੇਣਾ ਹੀ ਪਏਗਾ ਆਪਣੀ ਪਾਰਟੀ ਦੇ ਜਵਾਬ ਦੇ। ਇੱਕ ਟੈਸਟ ਹੋ ਜਾਏਗਾ ਕਿ ਪਾਰਟੀਆਂ ਕਿੰਨੇ ਕੁ ਬੰਦੇ ਲੀਡਰ ਨੇ ਪੰਜਾਬ 'ਚ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੀ ਸਮਰੱਥਾ ਰੱਖਦੇ ਨੇ। ਵੱਖ-ਵੱਖ ਪਾਰਟੀਆਂ ਕੋਲ ਕਿੰਨੀ ਕੁ ਪੂੰਜੀ ਹੈ, ਉਹਨਾਂ ਦਾ ਸਵਾਲਾਂ ਦਾ ਵੀ ਆ ਜਾਏਗਾ। ਇੱਕ ਕਿਸਾਨ ਇੱਕ ਨਵੀਂ ਪਿਰਤ ਪਾ ਦੇਣਗੇ ਕਿ ਅੱਗੇ ਨੂੰ ਵੀ ਚੋਣਾਂ 'ਚ, ਜਦ ਚੋਣਾਂ ਦੀ ਕੰਪੇਨ ਚੱਲਣੀ ਹੈ ਮੇਨ ਅਗਲੇ ਦਿਨਾਂ 'ਚ, ਜਦੋਂ ਮਤਲਬ ਕੋਡ ਵੀ ਲੱਗ ਜਾਂਦਾ, ਉਦੋਂ ਵੀ ਸਾਡੇ ਕੋਲ ਕੱਲਾ ਨਹੀਂ ਆਏਗਾ, ਜਿਹੜਾ ਸਾਡੇ ਕੋਲ ਟਾਈਮ ਨਹੀਂ ਹੈ। ਐਵੇਂ ਹੀ ਸਾਂਝੀਆਂ ਸਟੇਜਾਂ ਹੋਣਗੀਆਂ। ਪਿੰਡ ਹੁਣ ਅਸੀਂ ਮੁੜ ਕੇ ਧੜੇਬਾਜ਼ ਨਹੀਂ ਪੈਦਾ ਕਰਨ ਦੇਣੇ। ਕਿਸਾਨ ਅੰਦੋਲਨ ਨੇ ਭਾਈਚਾਰਾ ਮਜ਼ਬੂਤ ਕੀਤਾ ਹੈ, ਸਿਆਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਬੰਦੇ ਕਿਸਾਨ ਅੰਦੋਲਨ 'ਚ ਜਾ ਰਹੇ ਨੇ। ਬਿਲਕੁਲ, ਉਹ ਧੜੇ ਨੂੰ ਘਟਾਉਣ ਵਾਸਤੇ ਅਤੇ ਭਾਈਚਾਰਾ ਕਾਇਮ ਰੱਖਣ ਦੇ ਵਾਸਤੇ ਇਹਨਾਂ ਚੋਣਾਂ 'ਚ ਵੀ ਸਾਂਝੀਆਂ ਸਟੇਜਾਂ ਦਾ ਸੱਦਾ ਜਿਹੜਾ ਦੇਣਾ ਚਾਹੀਦਾ, ਤਾਂ ਕਿ ਉਹ ਸਾਂਝੀ ਸਟੇਜ ਜਿਹਦਾ ਮਰਜ਼ੀ ਆਏ, ਉਹ ਸਾਂਝੀ ਸਟੇਜ ਉਹ ਚਾਹ ਪਾਣੀ ਹੋਏਗਾ ਅਤੇ ਸਾਂਝੇ ਤੌਰ 'ਤੇ ਉਹਨੂੰ ਸਵਾਲ ਪੁੱਛੇ ਜਾਣਗੇ। ਨਹੀਂ ਤਾਂ ਹੁਣ ਫਿਰ ਕੀ ਹੁੰਦਾ, ਇੱਕ ਦਾ ਆਗੂ ਜਾਂਦਾ ਪਿੰਡ 'ਚ,
ਉਹ ਕਹਿੰਦਾ ਮੇਰੇ ਤੋਂ ਸਵਾਲ ਨਾ ਪੁੱਛਿਓ, ਮੇਰੀ ਬੇਇੱਜ਼ਤੀ ਹੋਊਗੀ, ਮੇਰੇ ਆਗੂ ਦੀ ਬੇਇੱਜ਼ਤੀ ਹੋ। ਜਦੋਂ ਸਾਰੇ ਹੀ ਬੈਠੇ ਹੋਣਗੇ, ਇੱਕ ਤਰੀਕਾ ਪਾਰਲੀਮੈਂਟ ਦੀ ਤਰ੍ਹਾਂ ਅਸੀਂ ਕਰਤਾ ਪਿੰਡ ਦੇ ਵਿੱਚ ਵੀ। ਪਿੰਡ ਦੀ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਹੈ। ਹਰ ਪਿੰਡ ਦਾ ਜਿਹੜਾ ਨੁਮਾਇੰਦਾ ਵੋਟਰ ਹੈ ਉਹ ਗ੍ਰਾਮ ਸਭਾ ਦਾ ਮੈਂਬਰ ਹੈ, ਤੇ ਪਿੰਡ ਦੀ ਪਾਰਲੀਮੈਂਟ ਜਦੋਂ ਸਭ ਨੂੰ ਸੱਦੇਗੀ, ਸਾਨੂੰ ਜਵਾਬ ਦਿਓ ਆ ਕੇ, ਮੇਰੇ ਪਿੰਡ 'ਚ ਤੂੰ ਕੀ ਕੀਤਾ, ਸਾਨੂੰ ਜਵਾਬ ਦੇ ਤੁਸੀਂ ਪਿੰਡ ਦੇ ਵਿੱਚ ਕੀ ਚੀਜ਼ਾਂ ਨੇ। ਇਸ ਲਈ ਗ੍ਰਾਮ ਸਭਾ ਦੀ ਸਰਗਰਮੀ ਜਿਹੜੀ ਹੈ ਉਹ ਮੋਰਚੇ ਦੀ ਬੁਨਿਆਦ ਬਣ ਜਾਏਗੀ ਲੰਮੇ ਸਮੇਂ ਲਈ ਚੱਲਣ ਦੇ ਵਾਸਤੇ, ਤੇ ਆਗੂਆਂ ਦੀ ਪਰਮਾਨੈਂਟ ਜਵਾਬਦੇਹੀ ਬਣ ਜਾਏਗੀ। ਜਿਹੜੇ ਆਗੂ ਜੋ ਗ੍ਰਾਮ ਸਭਾ ਨਹੀਂ ਕਰਨ ਦਿੰਦੇ, ਚਾਹੇ ਅਕਾਲੀ ਰਹੇ ਹੋਣ, ਚਾਹੇ ਕਾਂਗਰਸੀ ਹੋਣ, ਚਾਹੇ ਆਪ ਦੇ ਵਿਰੋਧੀ ਧਿਰ 'ਚ ਹੋਣ, ਜੇ ਇੱਕ ਵੀ ਗ੍ਰਾਮ ਸਭਾਵਾਂ ਦਾ ਪ੍ਰਚਾਰ ਨਹੀਂ ਕੀਤਾ ਕਿਸੇ ਨੇ, ਇਹਦਾ ਮਤਲਬ ਸਭ ਦੀ ਸਹਿਮਤੀ ਹੈ ਕਿ ਗ੍ਰਾਮ ਸਭਾਵਾਂ ਸਰਗਰਮ ਨਾ ਹੋਣ। ਜਦੋਂ ਗ੍ਰਾਮ ਸਭਾਵਾਂ ਸਰਗਰਮ ਹੋਣ ਲੱਗ ਗਈਆਂ ਤਾਂ ਪੈਰ ਪੈਰ ਤੇ ਜਵਾਬਦੇਹੀ ਦੇਣੀ ਪਏਗੀ। ਜਦੋਂ ਪਾਰਲੀਮੈਂਟ ਜਵਾਬ ਦੇ ਪੁੱਛਦੀ ਹੈ ਤਾਂ ਪਾਰਲੀਮੈਂਟ ਦੇ ਸਾਹਮਣੇ ਮੰਤਰੀ ਨੂੰ ਵੀ ਜਵਾਬ ਦੇਣਾ ਪੈਂਦਾ ਹੈ, ਔਰ ਨਹੀਂ ਤਾਂ ਉਹ ਫਿਰ ਚੱਲਣ ਨਹੀਂ ਦਿੰਦੇ। ਜਿਵੇਂ ਐਤਕੀ ਦੀ ਪਾਰਲੀਮੈਂਟ ਦੇ ਸਾਹਮਣੇ ਸਾਡਾ ਸਵਾਲ ਹੋਇਆ, ਉਵੇਂ ਹੀ ਵਿਧਾਨ ਸਭਾ 'ਚ ਤਾਂ ਪਿੰਡ ਦੀ ਪਾਰਲੀਮੈਂਟ। ਔਰ ਜਿੱਥੇ ਇਹ ਕਾਨੂੰਨ ਕਹਿੰਦਾ ਸਾਡਾ ਪੰਚਾਇਤੀ ਰਾਜ ਕਾਨੂੰਨ 1994 ਕਿ ਦਸੰਬਰ ਤੇ ਜੂਨ ਦੇ ਮਹੀਨੇ ਜੇ 2 ਗ੍ਰਾਮ ਸਭਾ ਦੇ ਜਿਹੜਾ ਸਰਪੰਚ ਨਹੀਂ ਕਰਾਉਂਦਾ ਤਾਂ ਆਟੋਮੈਟਿਕਲੀ ਸਸਪੈਂਡ ਹੋ ਜਾਂਦਾ। ਕਿਉਂ ਨਹੀਂ ਉਹ ਸਸਪੈਂਡ ਹੁੰਦਾ? ਨਾ ਕਰਾ ਕੇ ਵੀ ਜਾਂ ਜਾਲੀ ਕਰਾ ਕੇ, ਕਿਉਂਕਿ ਅਫਸਰ ਤੋਂ ਲੈ ਕੇ ਪੋਲੀਟੀਸ਼ੀਅਨ ਤੱਕ ਸਭ ਮਿਲੇ ਗਿਲੇ ਨੇ। ਇਹ ਅੰਦੋਲਨ ਉਹ ਗੱਠਜੋੜ ਤੋੜੇਗਾ। ਜਦੋਂ ਗੱਠਜੋੜ ਟੁੱਟੂਗਾ, ਗ੍ਰਾਮ ਸਭਾਵਾਂ ਸਰਗਰਮ ਹੋਣਗੀਆਂ ਤਾਂ ਲੋਕਾਂ ਦੀ ਤਾਕਤ ਮਜ਼ਬੂਤ ਹੋਏਗੀ, ਔਰ ਫਿਰ ਸਰਕਾਰ ਕਿਸੇ ਦੀ ਵੀ ਬਣੇ ਜਾਂ ਨਾ ਬਣੇ, ਉਹਨੂੰ ਸਰਕਾਰ ਚਲਾਉਣੀ ਸੌਖੀ ਨਹੀਂ ਹੋਏਗੀ। ਲੋਕਾਂ ਨਾਲ ਵਾਅਦਾ ਉਨਾ ਕਰਨਾ ਪਊਗਾ ਜਿੰਨਾ ਵਾਅਦਾ ਉਹ ਨਿਭਾ ਸਕੂਗਾ। ਜਿਹੜੇ ਫਰਾਡ ਵਾਅਦੇ ਨੇ ਉਹ ਲੋਕਾਂ ਦੀ ਜਾਗਰੂਕਤਾ ਤੇ ਇਕੱਠ ਨਾਲ ਖਤਮ ਹੋਣਗੇ, ਇਹ ਤੋਂ ਬਿਨਾਂ ਨਹੀਂ ਹੋਣਗੇ। ਇਸ ਲਈ ਮੈਨੂੰ ਲੱਗਦਾ ਕਿ ਇਹ ਸੱਦਾ ਦਿੱਤੇ ਜਾਣ ਦੀ ਬਹੁਤ ਵੱਡੀ ਲੋੜ ਹੈ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਇਕੱਠੀਆਂ ਹੋ ਕੇ ਸਾਰੇ, ਉਹਦੇ 'ਚ ਦਲਿਤ ਵੀ ਆਊ, ਦੁਕਾਨਦਾਰ ਵੀ ਆਊ, ਤੇ ਖੇਤੀ ਵਾਲਾ ਵੀ ਆਊ। ਉਹ ਲੋਕ ਅੰਦੋਲਨ ਦਾ ਰੂਪ ਜਿਹੜਾ ਲੈਂਦਾ, ਜਦੋਂ ਸਭ ਬੈਠੇ ਹੋਣਗੇ, ਆਪਦੇ ਆਪਦੇ ਤਬਕੇ ਦੀ ਵੀ ਸਵਾਲ ਪੁੱਛ ਸਕਣਗੇ। ਇਕੱਲਾ ਕਿਸਾਨ ਨਹੀਂ, ਮਜ਼ਦੂਰ ਆਪਣਾ ਵੀ ਪੁੱਛੂਗਾ ਕਿ ਮੇਰਾ ਭਾਈ ਮਨਰੇਗਾ ਕਿੱਧਰ ਗਿਆ, ਮੇਰੀ ਤੀਜੇ ਹਿੱਸੇ ਵਾਲੀ ਜ਼ਮੀਨ ਸਾਮਲਾਟ ਦੀ ਤੁਸੀਂ ਕਿਉਂ ਨਹੀਂ ਦਿੰਦੇ, ਤੇ ਮੇਰਾ ਜਿਹੜਾ ਫਾਈਨਾਂਸ ਕੰਪਨੀਆਂ ਨੇ ਲੁੱਟ ਕੀਤੀ ਆ ਉਹਦੇ ਕਰਜ਼ੇ ਦਾ ਕੀ ਕਰੋਗੇ, ਉਹ ਸਵਾਲ ਵੀ ਉਹ ਚਾਹਣਗੇ। ਔਰ ਇਹ ਸਾਰੇ ਸਵਾਲਾਂ ਦਾ ਇੱਕ ਤਰੀਕਾਕਾਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਤਾਂ ਇੱਕ ਉਹ ਪਰਮਾਨੈਂਟ ਸ਼ਾਇਦ ਇੱਕ ਜਿਵੇਂ ਕਹਿੰਦੇ ਨੇ ਇੱਕ ਰਾਹ ਬਣ ਜਾਂਦਾ। ਜਦੋਂ ਇੱਕ ਰਾਹ ਬਣ ਜਾਂਦਾ ਹੈ, ਇੱਕ ਪਲੇਟਫਾਰਮ ਮਿਲਣੇ ਸ਼ੁਰੂ ਹੋ ਜਾਂਦੇ ਨੇ, ਤਾਂ ਉਹ ਇੱਕ ਪਰਮਾਨੈਂਟ ਸਥਾਈ ਚੀਜ਼ ਬਣ ਜਾਂਦੀ ਹੈ। ਨਹੀਂ ਤਾਂ ਉਹ ਐਤਕੀ ਦੇ ਇਲੈਕਸ਼ਨ 'ਚ ਜਮਾਤ ਹੈਗੇ, ਅਗਲੇ 'ਚ ਹੋਣਗੇ ਨਹੀਂ, ਅਗਲੇ 'ਚ ਫੇਰ ਭੁੱਲ ਜਾਣਗੇ। ਸੰਸਥਾਵਾਂ ਬਿਲਡ ਕਰਨਾ ਸਭ ਤੋਂ ਬੜੀ ਚੀਜ਼ ਹੁੰਦੀ ਹੈ। ਇਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਜਿਵੇਂ ਸੰਸਥਾਵਾਂ ਦੀ ਬਿਲਡਿੰਗ ਹੁੰਦੀ ਹੈ, ਜਿਵੇਂ ਸਾਡੇ ਇਤਿਹਾਸ ਦੇ ਵਿੱਚ ਲੰਗਰ ਦਾ, ਸੰਗਤ ਦਾ, ਪੰਗਤ ਦਾ, ਇਹ ਸੰਸਥਾਵਾਂ ਬਣ ਗਈਆਂ। ਸੰਗਤ ਦੇ ਵਿੱਚ ਬੈਠਾ ਬੰਦਾ ਕੋਈ ਵੀ ਆਪਣੀ ਗੱਲ ਕਹਿ ਸਕਦਾ, ਉਹਨੂੰ ਕੋਈ ਤਾੜ ਤੱਪ ਨਹੀਂ ਕਰ ਸਕਦਾ। ਪੰਗਤ ਦੇ ਵਿੱਚ ਬੈਠੇ ਬੰਦੇ ਨੂੰ ਕੋਈ ਉਠਾ ਨਹੀਂ ਸਕਦਾ ਤੇ ਧਰਮ, ਜਾਤ, ਫਲਾਨਾ ਤੂੰ ਪੜ੍ਹਿਆ, ਘੱਟ ਪੜ੍ਹਿਆ, ਵੱਧ ਪੜ੍ਹਿਆ, ਤੂੰ ਮੇਰੇ ਕੋਲ ਨਾ ਬੈਠ, ਇਹ ਨਹੀਂ ਕਹਿ ਸਕਦਾ ਕਿਸੇ ਵੀ ਤਰੀਕੇ ਨਾਲ। ਲੰਗਰ 'ਚ ਕੋਈ ਇਹ ਨਹੀਂ ਕਹਿ ਸਕਦਾ ਮੈਨੂੰ ਤਾਂ ਪਲੰਘ ਤੇ ਦਿਓ ਤੇ ਮੈਂ ਨਹੀਂ ਹੇਠਾਂ ਬੈਠਣਾ। ਇਹ ਬਰਾਬਰੀ ਦੇ ਕਨਸੈਪਟ ਨੇ। ਇਸੇ ਤਰ੍ਹਾਂ ਚੋਣਾਂ ਦੇ ਵਿੱਚ ਵੀ ਜਿਹੜਾ ਇਹ ਪ੍ਰੋਸੀਜਰ ਜੇ ਸ਼ੁਰੂ ਹੋ ਗਿਆ, ਇਹ ਪ੍ਰਕਿਰਿਆ ਸ਼ੁਰੂ ਹੋ ਗਈ ਕਿ ਸਾਹਮਣੇ ਸੱਥ 'ਚ ਬੈਠੇ ਸਾਰੇ ਬੰਦੇ ਲੀਡਰ ਨੂੰ ਸਟੇਜ ਤੇ ਬਿਠਾਉਣ, ਕੋਈ ਗੱਲ ਨਹੀਂ ਮਾਨ ਸਨਮਾਨ ਨਾਲ, ਪਰ ਉਹਨਾਂ ਤੋਂ ਸਵਾਲ ਬਿਠਾ ਕੇ ਪੁੱਛਣ ਚੰਗੇ ਤਰੀਕੇ ਦੇ ਨਾਲ। ਇਹ ਜ਼ਿਆਦਾ ਸਖਤ ਔਰ ਬਥੇਰੇ ਜਵਾਬਦੇਹੀ ਵਾਲਾ ਫਾਰਮੂਲਾ ਇੱਕ ਮਤਲਬ ਵਿਕਸਿਤ ਹੋ ਜਾਏਗਾ ਪੰਜਾਬ ਦੇ ਵਿੱਚ। ਇਹ ਜਮਹੂਰੀਅਤ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੜਾ ਚੰਗਾ ਇੱਕ ਉਸਾਰੂ ਰੋਲ ਹੋਏਗਾ। ਹਮੀਰ ਜੀ, ਇਹ ਤਾਂ ਸੀ ਲੋਕ ਭਲਾਈ ਲਈ ਪੁੱਛੇ ਜਾਣ ਵਾਲੇ ਸਵਾਲਾਂ ਦੀ ਗੱਲ। ਜੇਕਰ ਇਹਦੇ ਨਾਲ ਹੀ ਅਸੀਂ ਇੱਕ ਹੋਰ ਜਾਣਨਾ ਚਾਹਾਂਗੇ ਕਿ ਦੇਰ ਰਾਤ ਜਿਹੜਾ ਸੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਅੱਜ ਉਹਨਾਂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਕੀ ਮਾਮਲਾ ਸੀ, ਉਸ ਬਾਰੇ ਵੀ ਸਾਨੂੰ ਚਾਨਣਾ ਪਾਓ। ਅਸਲ ਦੇ ਵਿੱਚ ਤਾਂ ਜਿਹੜੇ ਸੁਮੇਧ ਸੈਣੀ ਡੀਜੀਪੀ ਨੇ, ਬੜਾ ਪਾਵਰਫੁਲ ਅਫਸਰ ਦੇ ਤੌਰ ਤੇ ਲਗਾਤਾਰ ਜਿਹੜਾ ਮੰਨਿਆ ਜਾਂਦਾ ਉਸ ਪੱਧਰ ਦੇ ਉੱਤੇ, ਪਰ ਕੇਸਾਂ 'ਚੋਂ ਵਿਵਾਦਤ ਰਹੇ ਹਮੇਸ਼ਾ ਹੀ ਐਲੀਗੇਸ਼ਨ ਰਹੇ। ਐਲੀਗੇਸ਼ਨ ਇਹ ਰਹੇ ਕਿ ਜਦੋਂ ਤੱਕ ਖਾੜਕੂਬਾਦ ਸੀ, ਖਾੜਕੂਬਾਦ ਦੇ ਵੇਲੇ ਕਿੰਨੇ ਬੰਦੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਰੇ, ਉਹ ਐਲੀਗੇਸ਼ਨ। ਇੱਕ ਤਾਂ ਜਿਹੜਾ ਲੁਧਿਆਣੇ ਦਾ ਆਪਦੇ ਰਿਸ਼ਤੇਦਾਰਾਂ ਦਾ ਹੀ ਕੇਸ ਹੈ, ਜਿਹੜੇ ਉਹ ਰਿਸ਼ਤੇਦਾਰ ਹੀ ਲੜ ਰਹੇ ਨੇ, ਜਿਹੜਾ ਸੁਪਰੀਮ ਕੋਰਟ ਤੱਕ ਕੇਸ ਚੱਲ ਰਿਹਾ ਉਸ ਮਾਮਲੇ ਦੇ ਵਿੱਚ, ਉਹ ਐਲੀਗੇਸ਼ਨ ਹੈ। ਦੂਜਾ IAS ਅਫਸਰ ਹੁੰਦੇ ਸੀ ਮੁਲਤਾਨੀ, ਉਹਦੇ ਬੇਟੇ ਦਾ ਤੇ ਭੁੱਲਰ ਦਾ ਜਿਹੜਾ ਮਾਮਲਾ, ਬੇਟਾ ਤਾਂ ਚੱਕ ਕੇ ਮਾਰ ਹੀ ਦਿੱਤਾ ਗਿਆ, ਤੇ ਉਹ ਵੀ ਇੱਕ ਕੇਸ ਉਸ ਲੈਵਲ ਤੇ ਚੱਲ ਰਹੇ ਮਾਮਲੇ ਨੇ। ਤੇ ਇਹਦੇ ਤੋਂ ਇਲਾਵਾ ਇਹ ਹੁਣ ਭਰਤੀਆਂ ਦਾ ਕੇਸ ਵੀ ਇੱਕ ਵਿੱਚ ਆ ਗਿਆ, ਇਹਦੇ ਤੋਂ ਇਲਾਵਾ ਜਾਇਦਾਦ ਦਾ ਕੇਸ ਆ ਗਿਆ, ਕੋਠੀ ਦਾ ਮਾਮਲਾ ਆ ਗਿਆ ਕਿ ਉਹ ਨਜਾਇਜ਼ ਕਿਵੇਂ ਆ। ਇਹ ਫੜੇ ਤਾਂ ਇਹਨਾਂ ਦੇ ਵਿੱਚ ਨੇ, ਪਰ ਕੇਸ ਹੋਰ ਵੀ ਬਹੁਤ ਜਿਹੜੇ ਉਸ ਰੂਪ ਦੇ ਵਿੱਚ ਚੱਲ ਰਹੇ ਨੇ। ਉਦੋਂ ਤੱਕ ਸਿਸਟਮ ਕਿਉਂਕਿ ਇਨਵੋਲਵ ਸੀ, ਕੋਈ ਵੀ ਅਧਿਕਾਰੀ, ਚਾਹੇ ਉਹ ਪੁਲਿਸ ਅਫਸਰ ਹੈ, ਚਾਹੇ ਕੋਈ ਪੋਲੀਟੀਕਲ ਲੀਡਰਸ਼ਿਪ
ਜਾਂ ਉਸ ਸਮੇਂ ਦੀ ਪੋਲੀਟੀਕਲ ਸਰਕਾਰਾਂ ਦੀ ਇੱਛਾ ਤੋਂ ਬਿਨਾਂ, ਉਹਦੀ ਸਰਪ੍ਰਸਤੀ ਤੋਂ ਬਿਨਾਂ ਨਾ ਝੂਠਾ ਪੁਲਿਸ ਮੁਕਾਬਲਾ ਕਰ ਸਕਦਾ, ਨਾ ਬਾਕੀ ਚੀਜ਼ਾਂ ਕਰ ਸਕਦਾ। ਇਹਦਾ ਮਤਲਬ ਸਟੇਟ ਮਿਲੀ ਹੋਈ ਹੁੰਦੀ ਹੈ, ਸਿਸਟਮ ਮਿਲਿਆ ਹੁੰਦਾ ਉਹਦੇ 'ਚ। ਜਦੋਂ ਤੁਸੀਂ ਉਹ ਚੀਜ਼ਾਂ ਕਰਦੇ ਹੋ ਤਾਂ ਸਿਸਟਮ ਫਿਰ ਉਹਨਾਂ ਨੂੰ ਪ੍ਰੋਟੈਕਟ ਵੀ ਕਰਦਾ ਜਦੋਂ ਵੀ ਚੀਜ਼ਾਂ ਹੁੰਦੀਆਂ ਨੇ, ਜਦੋਂ ਕੋਈ ਗੱਲ ਆਉਂਦੀ ਹੈ। ਪਰ ਹੁਣ ਇੱਕ ਇਹ ਬੜੇ ਦੇਰ ਤੋਂ ਮੰਗ ਰਹੀ ਹੈ ਕਿ ਇਹਨਾਂ ਦੀ ਜਾਂਚ ਵੱਖ-ਵੱਖ ਤਰੀਕਿਆਂ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮੁੱਦਾ ਬਾਈਬਲ ਕਲਾਂ ਤੇ ਉਹਦੇ ਨਾਲ ਕੋਟਕਪੂਰੇ ਨਾਲ ਵੀ ਮਿਲਦਾ। ਉਦੋਂ ਡੀਜੀਪੀ ਸੁਮੇਧ ਸਿੰਘ ਸੈਣੀ ਸੀਗੇ ਪੰਜਾਬ ਦੇ ਜੀ, ਤੇ ਉਦੋਂ ਪ੍ਰੈਸ਼ਰ ਬਹੁਤ ਪਿਆ ਸੀ 2015 ਚ ਅਕਾਲੀ ਦਲ ਦੀ ਸਰਕਾਰ ਤੇ। ਉਦੋਂ ਦੋ ਫੈਸਲੇ ਲੈਣੇ ਪਏ ਅਕਾਲੀ ਸਰਕਾਰ ਨੂੰ। ਇੱਕ ਤਾਂ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਤੋਂ ਹਟਾਉਣਾ ਪਿਆ, ਤੇ ਇੱਕ ਜਿਹੜਾ ਜਸਟਿਸ ਨਿਰਮਲ ਸਿੰਘ ਦੀ ਅਗਵਾਈ ਦੇ ਵਿੱਚ, ਨਹੀਂ ਜਸਟਿਸ ਜੋਰਾ ਸਿੰਘ ਦੀ ਇੱਕ ਕਮੇਟੀ, ਇੱਕ ਕਮਿਸ਼ਨ ਬਣਾਉਣਾ ਪਿਆ ਕਿ ਉਹਦੀ ਜਾਂਚ ਲਈ ਬਣੇਗਾ। ਉਹ ਇੱਕ ਵੱਡਾ ਦਬਾਅ ਸੀ ਸਟੇਟ ਤੇ ਅਕਾਲੀ ਦਲ ਤੇ ਐਲੀਗੇਸ਼ਨ ਵੀ ਲੱਗਦਾ ਰਿਹਾ। ਅਕਾਲੀ ਦਲ ਦਾ ਜਿਹੜਾ ਸਪੋਕਸਪਰਸਨ ਬਿਰਸਾ ਸਿੰਘ ਬਲਟੋਆ ਬਾਰ-ਬਾਰ ਬੋਲਦਾ ਵੀ ਹੈ ਕਿ ਅੰਦਰ ਮੈਂ ਸ਼ੁਰੂ ਤੋਂ ਹੀ ਕਹਿਣਾ ਕਿ ਸਾਨੂੰ ਘੱਟੋ ਘੱਟ ਡੀਜੀਪੀ ਨਹੀਂ ਸੀ ਲਾਉਣਾ ਚਾਹੀਦਾ, ਕਿਉਂਕਿ ਲੋਕ ਜਾਣਦੇ ਨੇ ਕਿ ਆਹ ਮਾਮਲਾ ਹੈ, ਸਿੱਖੀ ਦੇ ਵਿੱਚ ਸਾਡੀ ਪ੍ਰੋਬਲਮ ਆ ਰਹੀ ਹੈ, ਜੇ ਉਹ ਮਾਮਲਾ। ਹੁਣ ਚਲਦੇ ਚਲਦੇ ਇਹ ਵੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਸੀ ਜਦੋਂ ਕਾਂਗਰਸੀ ਇੱਕ ਮੰਤਰੀ ਨੇ ਖੜ੍ਹ ਕੇ ਕਿਹਾ ਵਿਧਾਨ ਸਭਾ ਦੇ ਵਿੱਚ ਵੀ ਮੈਨੂੰ ਦਿਓ ਜਿਹੜਾ ਗ੍ਰਹਿ ਵਿਭਾਗ, ਮੈਂ ਕੱਲ੍ਹ ਨੂੰ ਫੜ ਕੇ ਦਿਖਾ ਦਿੰਦਾ ਸੈਣੀ ਨੂੰ, ਮੈਂ ਪਰਸੋਂ ਨੂੰ ਫੜਾ। ਤਾਂ ਇਹਨਾਂ ਤੇ ਵੀ ਪ੍ਰੈਸ਼ਰ ਪੈ ਰਿਹਾ ਸੀ ਬਾਰ-ਬਾਰ ਵੀ ਤੁਸੀਂ ਕਈ ਕੁਛ ਜਾਂਦੇ ਹੋ ਤੇ ਕਰਦੇ ਕੁਛ ਹੋ। ਤੇ ਸ਼ਾਇਦ ਉਹ ਸਾਰੇ ਇੱਕ ਪ੍ਰੈਸ਼ਰ ਦੇ ਵਿੱਚ ਇੱਕ ਦਾ ਜਿਹੜਾ ਸਿਸਟਮ ਹੈ ਇਹ ਆ ਗਿਆ ਉਸ ਪੱਧਰ ਦੇ ਉੱਤੇ ਕਿ ਚਲੋ ਜੀ ਅੰਦਰ। ਇਹਦੇ ਨਾਲ ਮੈਨੂੰ ਇਹ ਲੱਗਦਾ ਕਿ ਕੇਸਾਂ 'ਚ ਕੀ ਹੋਣਾ ਉਹ ਤਾਂ ਲੰਮੇ ਅਦਾਲਤੀ ਪ੍ਰਕਿਰਿਆ ਦੇ ਸਵਾਲ ਹੁੰਦੇ ਨੇ, ਇੱਕ ਜਜ਼ਬਾਤਾਂ ਦੀ ਸੈਟਿਸਫੈਕਸ਼ਨ ਹੈ। ਅਸਲ ਦੇ ਵਿੱਚ ਪ੍ਰੋਬਲਮ ਇਹ ਕਿੱਥੇ ਖੜੀ ਹੋਈ ਹੈ? ਪ੍ਰੋਬਲਮ ਇਹ ਖਾੜਕੂਵਾਦ ਦੇ ਦੌਰ ਤੋਂ ਬਾਅਦ ਦੀ ਹੈ। ਇਹ ਉਦੋਂ ਤੋਂ ਤਾਂ ਸਮੱਸਿਆ ਹੈ ਕਿਉਂਕਿ ਅਸੀਂ ਕਿਸੇ ਵੀ ਮਾਮਲੇ ਨੂੰ ਨਾ ਕਲੋਜ਼ਰ ਨਹੀਂ ਕਰਦੇ, ਉਹਨੂੰ ਸਮੇਟਦੇ ਨਹੀਂ ਆ। ਨਾ ਅਸੀਂ 84 ਦੀ ਕੋਈ ਜਿਹੜੀ ਦਿੱਲੀ ਦੇ ਦੰਗੇ ਸੀ ਜਾਂ ਦੰਗੇ ਜਾਂ ਸਿੱਖ ਕਤਲੇਆਮ, ਉਹਨਾਂ ਦਾ ਕੋਈ ਨਿਬੇੜਾ ਕੀਤਾ ਇਨਸਾਫ ਦੇ ਤਰੀਕੇ, ਨਾ ਅਸੀਂ 2002 ਦੇ ਗੋਧਰਾ ਦਾ ਕੀਤਾ, ਨਾ ਅਸੀਂ ਬਲੂ ਸਟਾਰ ਦੇ ਵਿੱਚ ਜਿਹੜੇ ਹਮਲੇ ਉਹਦਾ ਕੀਤਾ, ਨਾ ਖਾੜਕੂਵਾਦ ਦੇ ਦੌਰਾਨ ਮਾਰੇ ਗਿਆ ਦਾ। ਜਿਵੇਂ ਸਾਊਥ ਅਫਰੀਕਾ ਨੇ ਇੱਕ ਪ੍ਰੋਗਰਾਮ ਕੀਤਾ ਜਦੋਂ ਉਹਨਾਂ ਦਾ ਅੰਗਰੇਜ਼ਾਂ ਨਾਲ ਪੂਰਾ ਚੱਲ ਰਿਹਾ ਸੀ, ਬਾਅਦ ਦੇ ਵਿੱਚ ਉਹਨਾਂ ਨੇ ਟਰੁੱਥ ਤੇ ਰੀਕਨਸੀਲੀਏਸ਼ਨ ਕਮਿਸ਼ਨ ਬਣਾਇਆ। ਉਹਨਾਂ ਨੇ ਸਭ ਨੂੰ ਇਹ ਕਹਿਤਾ, ਚਾਹੇ ਉਹ ਸਰਕਾਰੀ ਧਿਰ ਸੀ ਚਾਹੇ ਉਹ ਵਿਰੋਧੀ ਧਿਰ ਸੀ, ਵੀ ਜਿਹਦੇ ਤੋਂ ਵੀ ਜਿਹੜਾ ਗੁਨਾਹ ਹੋਇਆ ਉਹਨੂੰ ਕੋਈ ਸਜ਼ਾ ਨਹੀਂ ਹੋਏਗੀ, ਪਰ ਆ ਕੇ ਕਬੂਲ ਕਰ ਲਓ ਕਮਿਸ਼ਨ ਦੇ ਸਾਹਮਣੇ। ਉਹ ਇੱਕ ਹਿਸਟਰੀ ਬਣ ਗਈ ਟੋਟਲੀ ਨਾ, ਸਜ਼ਾ ਕਿਸੇ ਨੂੰ ਨਹੀਂ ਦਿੱਤੀ, ਮਾਫ ਕਰਤਾ। ਨਾਲ ਇਹ ਵੀ ਕਿਹਾ ਕਿ ਜਿਹੜਾ ਨਹੀਂ ਆਊਗਾ ਉਦੋਂ ਬਾਅਦ ਜਾਂਚ ਹੋਏਗੀ, ਫਿਰ ਉਹਨੂੰ ਸਜ਼ਾ ਹੋਏਗੀ। ਜੇ ਸਾਡੇ ਵੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ 97 ਦੀ ਇਲੈਕਸ਼ਨ ਵੇਲੇ ਕਿਹਾ ਸੀ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ, ਉਹ ਕਮਿਸ਼ਨ ਸਭ ਨੂੰ ਮੌਕਾ ਦੇਗਾ ਤੇ ਉਹਦੇ ਤੇ ਅਸੀਂ ਘੱਟੋ ਘੱਟ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਕਰਾਂਗੇ, ਸਭ ਦੇ ਸਾਹਮਣੇ ਲਿਆਵਾਂਗੇ। ਉਹ ਨਹੀਂ ਲਿਆਂਦਾ ਗਿਆ। ਜੇ ਕਿਤੇ ਉਹੋ ਜਿਹਾ ਪ੍ਰੋਸੀਜਰ ਹੋ ਜਾਂਦਾ ਤੇ ਕਿਉਂਕਿ ਗਲਤੀ ਕਿਸੇ ਇੱਕ ਬੰਦੇ ਜਾਂ ਦੋ ਦੀਆਂ ਨਹੀਂ ਹੁੰਦੀਆਂ, ਤੇ ਜਦੋਂ ਤੁਸੀਂ ਅੱਗੇ ਤੁਰਨਾ ਹੁੰਦਾ ਹੈ ਤਾਂ ਪੁਰਾਣੀ ਤੇ ਮਿੱਟੀ ਪਾ ਕੇ ਨਹੀਂ ਤੁਰ ਸਕਦੇ। ਪੁਰਾਣੀ ਦਾ ਕੋਈ ਨਾ ਕੋਈ ਸਿਸਟਮ ਮੈਨੇਜ ਕਰਕੇ ਸਭ ਲੋਕਾਂ ਨੂੰ ਇਹ ਅਹਿਸਾਸ ਕਰਾ ਕੇ ਕਿ ਨਹੀਂ ਇਹੋ ਜਿਹਾ ਕੰਮ ਦੁਬਾਰਾ ਨਹੀਂ ਕਰਨਾ, ਪਰ ਪਹਿਲੀ ਵਾਰ ਆਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਰਿਕਾਰਡ ਤੇ ਆਉਣੀਆਂ ਚਾਹੀਦੀਆਂ ਨੇ ਤਾਂ ਕਿ ਆਉਣ ਵਾਲੀ ਹਿਸਟਰੀ 'ਚ ਬੰਦੇ ਉਹਨੂੰ ਪੜ੍ਹ ਸਕਣ, ਲਿਖ ਸਕਣ ਕਿ ਉਦੋਂ ਆਹ ਗੱਲਾਂ ਇਸ ਕਰਕੇ ਵਾਪਰੀਆਂ, ਹੁਣ ਅੱਗੇ ਅਸੀਂ ਨਹੀਂ ਵਾਪਰਨ ਦੇਣੀਆਂ। ਇਸ ਮਾਮਲੇ ਦੇ ਵਿੱਚ ਸਾਡੀ ਸਿਆਸਤ ਦੇ ਵਿੱਚ ਕਿਸੇ ਵੀ ਧਿਰ ਨੇ ਇਹ ਕੰਮ ਨਹੀਂ ਕੀਤਾ। ਫਿਰ ਉਹ ਸਿਮਰਦੀ ਹੈ ਨਸੂਰ ਵਾਂਗ, ਫਿਰ ਉਹ ਇੱਕ ਬੰਦੇ ਨੂੰ ਅੰਦਰ ਕਰਾਉਣ ਦੇ ਵਿੱਚ ਉਹਦੇ ਤੋਂ ਹੀ ਰਾਹਤ ਮਹਿਸੂਸ ਕਰਦੀ ਹੈ, ਫਿਰ ਉਹ ਦੂਜੇ ਬੰਦੇ ਤੋਂ ਰਾਹਤ ਮਹਿਸੂਸ ਕਰਦੀ ਹੈ, ਤੀਜੇ ਤੋਂ ਰਾਹਤ ਮਹਿਸੂਸ ਕਰਦੀ ਹੈ। ਇਹ ਜਿਹੜੇ ਤਰੀਕੇਕਾਰ ਨੇ, ਮੈਨੂੰ ਲੱਗਦਾ ਕਿ ਅਜੇ ਉਦੋਂ ਬਾਅਦ ਵੀ ਲਗਾਤਾਰ ਕੋਈ ਤਰੀਕਾ ਜਿਹੜਾ ਕਲੋਜ਼ਰ ਦਾ ਕਰਨਾ ਪੈਂਦਾ ਹੁੰਦਾ, ਨਹੀਂ ਤਾਂ ਖੁੱਲ੍ਹਿਆ ਜ਼ਖਮ ਜਿਹੜਾ ਹਮੇਸ਼ਾ ਹੀ ਨਾਸੂਰ ਬਣਦਾ ਰਹਿੰਦਾ। ਬਾਰ-ਬਾਰ ਉਹੀ ਚੀਜ਼ਾਂ ਨੇ ਮੁੜ ਉੱਠਦੀਆਂ ਨੇ ਇਤਿਹਾਸ ਦੇ ਵਿੱਚ, ਔਰ ਸਾਡੇ ਕੋਲ ਇਸ ਲੈਵਲ ਦੇ ਸਟੇਟਸਮੈਨ ਅਜੇ ਤੱਕ ਦਿਖਾਈ ਨਹੀਂ ਦਿੱਤੇ ਜਿਨ੍ਹਾਂ ਨੇ ਇੱਧਰ ਚੱਲ ਕੇ ਕੰਮ ਕੀਤਾ ਹੋਵੇ। ਹੁਣ ਵੀ ਲੋੜ ਹੈ, ਅਜੇ ਵੀ ਬਹੁਤ ਅੱਲੇ ਜ਼ਖਮ ਨੇ ਜਿਹੜਿਆਂ ਨੂੰ ਭਰਨ ਦੇ ਵਾਸਤੇ ਇੱਕ ਨਵੀਂ ਨਵੇਕਲੀ ਮਤਲਬ ਪਹਿਲ ਕਦਮੀ ਹੋਣੀ ਚਾਹੀਦੀ ਹੈ ਕਿਸੇ ਤਰੀਕੇ ਨਾਲ, ਤਾਂ ਕਿ ਇਹ ਇਕੱਲਾ ਵੋਟ ਦਾ ਸਿੰਬਲ ਨਾ ਬਣ ਜਾਏ। ਅਸੀਂ ਵੋਟ ਤੋਂ ਬਿਨਾਂ ਕੁਝ ਨਹੀਂ ਦੇਖਦੇ। ਹੁਣ ਕੱਲ੍ਹ ਦੀ ਡਿਬੇਟ ਚੱਲਦੀ ਹੈ ਵੋਟ ਦੀ, ਤੂੰ ਐਂ ਕੀਤਾ, ਇਹਨੇ ਐਂ ਕੀਤਾ, ਉਹਨੇ ਐਂ ਕੀਤਾ, ਬਲੇਮ ਗੇਮ ਇਕੱਲੀ ਚੱਲਦੀ ਹੈ। ਬਲੇਮ ਗੇਮ ਤਾਂ ਇੰਨੇ ਸਾਲ ਹੋ ਗਏ, ਇੰਨੇ ਲੋਕਾਂ ਦੇ ਲੋਕ ਮਰ ਗਏ ਨੇ ਜਿਨ੍ਹਾਂ ਦੀਆਂ ਮਾਵਾਂ ਵਿਚਾਰੀਆਂ ਦੇਖਦੀਆਂ ਮਰ ਗਈਆਂ ਤੇ ਨਹੀਂ ਜਵਾਕ ਆਏ ਮੁੜ ਕੇ। ਉਹ ਅਲੱਗ ਗੇਮ ਹੈ। ਤੁਸੀਂ ਕੇਵਲ ਕੁਰਸੀ ਤੱਕ ਨਾ, ਕਈ ਮੁੱਦੇ ਕੁਰਸੀ ਤੋਂ ਵੱਡੇ ਹੁੰਦੇ ਨੇ, ਇਨਸਾਨੀਅਤ ਦੇ ਮੁੱਦੇ ਹੁੰਦੇ ਨੇ, ਕੁਝ ਉੱਥੇ ਤੱਕ ਸੋਚਣ ਦੀ ਵੀ ਤਾਂ ਲੋੜ ਪੈਂਦੀ ਹੈ। ਸਾਨੂੰ ਉਸ ਪਾਸੇ ਸੋਚ ਕੇ ਇਹਨੂੰ ਟੈਸਟ ਕੇਸ ਦੇ ਤੌਰ ਤੇ ਲਓ ਜਾਂ ਜਿਵੇਂ ਵੀ ਮਰਜ਼ੀ ਲਓ, ਪਰ ਅੱਗੇ ਇੱਕ ਕਲੋਜ਼ਰ ਦੀ ਡਿਬੇਟ ਸਟਾਰਟ ਹੋਣੀ ਚਾਹੀਦੀ ਹੈ ਕਿ ਜੋ ਕੁਝ ਵੀ ਇਤਿਹਾਸ ਦੇ ਵਿੱਚ ਹੋਇਆ ਉਹਨੂੰ ਕਿਹੜੇ ਤਰੀਕੇ ਨਾਲ ਦਰਜ ਕਰਕੇ ਅੱਗੇ ਤੋਂ ਨਵੀਂ ਸ਼ੁਰੂਆਤ ਕੀਤੀ ਜਾ ਸਕੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।